दोस्तों अज आपां गल करांगे पंजाब एजुकेशन बिल 2021 दे बारे जिहड़ा कि पंजाब विधान सभा दे विच हुण पास किया गया। इस बिल दे अकॉर्डिंग काफ़ी चेंजिस आईयां ने जिहड़ियां कि नवीं रिक्रूटमेंट दे लई बहुत महत्वपूर्ण ने, पुराने लई नहीं नव्यां लई जिहड़े नवें भर्ती हुंदे ने। ਉਹਦੇ ਵਿੱਚ ਹੁਣ ਮੰਨ ਲਓ ਆਪਣੇ ਕੋਲੇ ਆ ਪਿਆ ਗਾ ਉਹ ਬਿੱਲ। ਇਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਆ ਡੈਫੀਨੇਸ਼ਨਾਂ ਦਿੱਤੀਆਂ ਨੇ, ਜਿਵੇਂ ਮੰਨ ਲਓ ਐਕਚੁਅਲ ਵੈਕੈਂਸੀ ਕੀ ਹੁੰਦੀ ਆ, ਵੀ ਜਿਹੜੀ ਕੋਈ ਵੀ ਕਿਸੇ ਵੀ ਟੀਚਰ ਦੁਬਾਰਾ ਆਕੂਪਾਈਡ ਨਹੀਂ ਹੁੰਦੀ, ਉਹਦਾ ਅਪਾਇੰਟਿੰਗ ਅਥਾਰਟੀ ਕੀ ਹੁੰਦੀ ਆ, ਕੰਪੀਟੈਂਟ ਅਥਾਰਟੀ ਕੀ ਆ, ਕੌਣ ਨੇ, ਗੌਰਮੈਂਟ ਕੀ ਆ, ਗੌਰਮੈਂਟ ਆਫ ਪੰਜਾਬ ਆ, ਇਹ ਚੀਜ਼ਾਂ ਮੂਹਰੇ ਲਿਖੀਆਂ ਹੋਈਆਂ ਡਿਸਕ੍ਰਾਈਬ ਕੀਤੀਆਂ ਹੋਈਆਂ ਨੇ। ਉਸ ਤੋਂ ਬਾਅਦ ਜਿਹੜਾ ਮੇਨ ਚੀਜ਼ ਚੱਲਦੀ ਆ ਉਹ ਇੱਥੋਂ ਚੱਲਦੀ ਆ। एक तो हैगा सब तो पहला एक इन्हों ने एक नवे एरिया डिस्क्राइब करते जिन्हों का नाम दिता डिसएडवांटेजियस एरिया। तो हुण जिहड़ा डिसएडवांटेजियस एरियाज ने ये की ने, ये वो एरिया ने जां वो एजुकेशनल ब्लॉक ने जिथे 20% तो वध पोस्टां ने जिहड़ियां वेकेंट पईयां ने। तो हुण गौरमेंट कहंदी भी ਜਿਹੜੇ ਇਹ डिसएडवांटेजियस एरिया ने एक हरेक साल 31 जनवरी ਨੂੰ ਇਹ ਐਲਾਨ ਕਰਿਆ ਕਰੂ ਗੌਰਮੈਂਟ ਵੀ ਆਹ ਐਜੂਕੇਸ਼ਨਲ ਬਲਾਕ ਨੇ ਜਿਹੜੇ ਇਹ डिसएडवांटेजियस ਏਰੀਆ ਦੀ ਲਿਸਟ ਦੇ ਵਿੱਚ ਪਾਏ ਜਾਂਦੇ ਆ। ਕਿਉਂਕਿ ਉੱਥੇ 20% ਤੋਂ ਵੱਧ ਪੋਸਟਾਂ ਜਿਹੜੀਆਂ ਉਹ ਵੇਕੈਂਟ ਪਈਆਂ ਨੇ। ਹਾਲ ਦੀ ਘੜੀ ਜਿਹੜਾ ਮਤਲਬ ਜਿਵੇਂ ਮੰਨ ਲਓ ਆਪਣੇ ਬਾਰਡਰ ਘਾਟ ਦੇ ਡਿਸਟ੍ਰਿਕਟ ਆ ਗਏ ਅੰਮ੍ਰਿਤਸਰ ਵਗੈਰਾ ਤਰਨਤਾਰਨ, ਇੱਥੇ ਵੈਕੈਂਸੀਜ਼ ਨੇ ਜ਼ਿਆਦਾ ਖਾਲੀ ਪਈਆਂ ਨੇ। दूजा ਜਿਹੜਾ ਕਰਮਚਾਰੀ ਮੰਨ ਲਓ ਨਵਾਂ ਭਰਤੀ ਹੁੰਦਾ ਉਦੋਂ ਉਹਦੇ ਪ੍ਰੋਵੀਜ਼ਨ ਪੀਰੀਅਡ ਦੇ ਬਾਰੇ ਲਿਖਿਆ no request of such appointments for their transfer during the course of their provision period shall be entertained। ਕਹਿੰਦੇ ਜਿੰਨਾ ਚਿਰ ਬੰਦੇ ਦਾ ਪ੍ਰੋਵੀਜ਼ਨ ਪੀਰੀਅਡ ਚੱਲਦਾ, ਮੰਨ ਲਓ ਕੋਈ ਵੀ ਬੰਦਾ ਭਰਤੀ ਹੋਇਆ ਉਹਨੂੰ ਬਾਰਡਰ ਕੇਡਰ ਉਧਰ ਡਿਸਐਡਵਾਂਟੇਜੀਅਸ ਏਰੀਆਜ਼ ਦੇ ਵਿੱਚ ਕਹਿ ਸਕਦੇ ਆ ਵੀ ਭਰਤੀ ਕੀਤਾ, ਉੱਥੇ ਨਿਯੁਕਤੀ ਪੱਤਰ ਦਿੱਤਾ। ਉਹ ਬੰਦਾ ਮੰਨ ਲਓ ਹੈਗਾ ਮੁਹੱਲੀ ਕਿੰਨੀ ਦਾ, ਪਰ ਭਰਤੀ ਉਹਨੂੰ ਪਠਾਨਕੋਟ ਕਿੰਨੀ ਜਾਂ ਆਪਣੇ ਅੰਮ੍ਰਿਤਸਰ ਕਿੰਨੀ ਉਹਨਾਂ ਵੈਕੈਂਸੀ ਹੈ ਜਿਹੜੀ ਫਿਲ ਹੋਈ ਆ, ਤਾਂ ਉਸ ਬੰਦੇ ਨੂੰ ਉਹਨਾਂ ਚਿਰ ਟਰਾਂਸਫਰ ਕਰਨ ਦੀ ਆਗਿਆ ਨਹੀਂ ਜਾਂ ਉਹਦੀ ਐਪਲੀਕੇਸ਼ਨ ਉਹਨਾਂ ਚਿਰ ਮਨਜ਼ੂਰ ਨਹੀਂ ਕੀਤੀ ਜਾ ਸਕਦੀ ਜਿੰਨਾ ਚਿਰ ਉਹਦਾ ਪ੍ਰੋਵੀਜ਼ਨ ਪੀਰੀਅਡ ਆ ਜਿਹੜਾ ਪੂਰਾ ਨਹੀਂ ਹੁੰਦਾ। ਪਰ ਇਹਦੇ ਵਿੱਚ ਕੁਝ ਛੋਟਾਂ ਵੀ ਨੇ, ਮੰਨ ਲਓ ਜਿਹੜੇ ਵਿਡੋਜ਼ ਨੇ ਜਾਂ ਫਿਜ਼ੀਕਲੀ ਡਿਸੇਬਲਡ ਪਰਸਨਸ ਨੇ ਉਹਨਾਂ ਨੂੰ ਛੋਟ ਦਿੱਤੀ ਹੋਈ ਆ ਟੀਚਰ ਟਰਾਂਸਫਰ ਪਾਲਿਸੀ ਤੋਂ। ਤਾਂ ਜਿਹੜੇ ਮੰਨ ਲਓ ਫਿਜ਼ੀਕਲੀ ਹੈਂਡੀਕੈਪਡ ਨੇ ਜਾਂ ਵਿਡੋਜ਼ ਨੇ ਜਾਂ ਕੋਈ ਐਮਪਲੋਈ ਹੈ ਜਿਹੜਾ ਕਿ ਕਰੋਨਿਕ ਡਿਜ਼ੀਜ਼ ਤੋਂ ਪੀੜਤ ਆ, ਤਾਂ ਉਹਨਾਂ ਨੂੰ ਟੀਚਰ ਟਰਾਂਸਫਰ ਪਾਲਿਸੀ ਤੋਂ ਪ੍ਰੋਵੀਜ਼ਨ ਪੀਰੀਅਡ ਉਹਨਾਂ ਦਾ ਕੋਈ ਜ਼ਰੂਰੀ ਨਹੀਂਗਾ ਵੀ ਉਹ ਪ੍ਰੋਵੀਜ਼ਨ ਪੀਰੀਅਡ ਦੇ ਦੌਰਾਨ ਉੱਥੇ ਰਹਿਣਾ नहीं। लगभग सारिਆਂ ਨੂੰ ਕੀ ਹੈ ਉੱਥੇ ਪ੍ਰੋਵੀਜ਼ਨ ਪੀਰੀਅਡ ਦੇ ਦੌਰਾਨ ਉਹਨਾਂ ਦੀ ਬਦਲੀ ਨਹੀਂ ਹੋ ਸਕਦੀ। ਅੱਗੇ ਜਿਹੜਾ ਮੇਨ ਇਸ ਬਿੱਲ ਦੇ ਗੱਲਾਂ ਨੇ ਉਹ ਅੱਗੇ ਆ ਜਾਂਦੀਆਂ ਨੇ। ਆ ਇੱਥੇ 7 ਨੰਬਰ ਪੁਆਇੰਟ ਤੇ ਦਿੱਤਾ ਵੀ ਇਹ ਜਿਹੜੀਆਂ ਵੈਕੈਂਸੀਜ਼ ਨੇ ਵੀ ਇਹ ਕਿਵੇਂ ਕੈਲਕੂਲੇਟ ਕੀਤੀਆਂ ਜਾਂਦੀਆਂ। ਇਹਨੂੰ ਜਿਹੜਾ PDF ਹੈ ਇਸ ਬਿੱਲ ਦੀ ਉਹ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰ, ਤੁਸੀਂ ਪੜ੍ਹ ਸਕਦੇ ਹੋ ਇਹਨੂੰ ਧਿਆਨ ਦੇ ਨਾਲ। ਅੱਗੇ ਜਿਹੜੇ ਆਪਣੇ ਨਵੀਂ ਰਿਕਰੂਟਮੈਂਟ ਦੇ ਲਈ ਸਭ ਤੋਂ ਮਹੱਤਵਪੂਰਨ ਜਿਹੜੀਆਂ ਗੱਲਾਂ ਨੇ ਉਹ ਕੀ ਨੇ। ਅੱਜ ਤੋਂ ਬਾਅਦ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਵੈਕੈਂਸੀਜ਼ ਨੇ ਬਾਰਡਰ ਕੇਡਰ ਦੀਆਂ ਨੇ, ਇਹ ਨਾਨ ਬਾਰਡਰ ਕੇਡਰ ਦੀਆਂ। ਹੁਣ ਇਹ ਚੀਜ਼ ਖਤਮ ਆ। ਹੁਣ ਲਗਭਗ ਸਾਰਿਆਂ ਦੇ ਲਈ ਜ਼ਰੂਰੀ ਆ ਵੀ ਉਹਨਾਂ ਨੂੰ ਉਧਰ ਡਿਸਐਡਵਾਂਟੇਜੀਅਸ ਏਰੀਆ ਦੇ ਵਿੱਚ ਭਰਤੀ ਕੀਤਾ ਹੀ ਜਾਊਗਾ, ਉਹਨਾਂ ਦੀ ਪਹਿਲੀ ਅਪਾਇੰਟਮੈਂਟ ਉੱਥੇ ਹੀ ਕੀਤੀ ਜਾਊਗੀ। ਇੱਥੇ ਲਿਖਿਆ ਇਟ ਇਜ਼ ਕੰਸੀਡਰਡ ਨੈਸੈਸਰੀ ਟੂ ਰੈਗੂਲੇਟ ਪੋਸਟਿੰਗ ਆਫ ਟੀਚਰਸ ਅਪਨ ਦੇਅਰ ਇਨੀਸ਼ੀਅਲ ਰਿਕਰੂਟਮੈਂਟ ਇਨ ਆਰਡਰ ਟੂ ਇਨਸ਼ੋਰ ਅਵੇਲੇਬਿਲਿਟੀ ਆਫ ਟੀਚਰਸ ਇਨ ਐਜੂਕੇਸ਼ਨਲੀ ਡਿਸਐਡਵਾਂਟੇਜੀਅਸ ਏਰੀਆ। ਸੋ ਹੁਣ ਕਿ ਉਹ ਜਿਹੜੀ ਵੀ ਨਵੀਂ ਭਰਤੀ ਹੋਊ ਉਹ ਡਿਸਐਡਵਾਂਟੇਜੀਅਸ ਏਰੀਆ ਦੇ ਵਿੱਚ ਹੋਇਆ ਕਰੂਗੀ। ਅੱਗੇ ਮੇਨ ਫੀਚਰ ਜੇ ਆਪਾਂ ਇਹਦਾ ਨਿਚੋੜ ਕੱਢੀਏ ਸਾਰੇ ਬਿੱਲ ਦਾ ਤਾਂ ਉਹ ਕੀ ਨੇ। ਪਹਿਲਾ ਦੀ ਪ੍ਰਪੋਜ਼ਡ ਐਕਟ ਸ਼ੈਲ ਬੀ ਐਪਲੀਕੇਬਲ ਟੂ ਇਨੀਸ਼ੀਅਲ ਅਪਾਇੰਟਮੈਂਟਸ ਆਫ ਟੀਚਰਸ। ਤਾਂ ਜਿਹੜਾ ਇਹ ਬਿੱਲ ਆ ਇਹ ਸਿਰਫ ਉਹਨਾਂ ਟੀਚਰਸ ਤੇ ਲਾਗੂ ਹੋਊਗਾ
ਜਿਹੜੇ ਕਿ ਨਵੀਂ ਜਿਨ੍ਹਾਂ ਦੀ ਕਿ ਨਵੀਂ ਭਰਤੀ ਹੋ ਰਹੀ ਆ, ਨਾ ਕਿ ਜਿਹੜੇ ਕਿ ਪੁਰਾਣੇ ਬੈਠੇ ਨੇ ਉਹਨਾਂ ਤੇ ਨਹੀਂ ਹੁੰਦਾ। ਦੂਜਾ, ਐਵਰੀ ਟੀਚਰ ਸ਼ੈਲ ਬੀ ਪੋਸਟਡ ਇਨੀਸ਼ੀਅਲੀ ਇਨ ਦੀ ਡਿਸਐਡਵਾਂਟੇਜੀਅਸ ਏਰੀਆ। ਪਹਿਲਾਂ ਦੱਸ ਕੇ ਹਟਿਆ ਵੀ ਜਿਹੜੇ ਕੋਈ ਵੀ ਨਵਾਂ ਭਰਤੀ ਹੁੰਦਾ ਉਹਨੂੰ ਪਹਿਲਾਂ ਕੀ ਆ, ਡਿਸਐਡਵਾਂਟੇਜੀਅਸ ਏਰੀਆ ਦੇ ਵਿੱਚ ਨਿਯੁਕਤੀ ਪੱਤਰ ਦਿੱਤਾ ਜਾਊ ਤੇ ਉਹਨਾਂ ਚਿਰ ਉਹਨੂੰ ਉੱਥੇ ਰਹਿਣਾ ਹੀ ਪਊ ਟਿਲ ਸੱਚ ਟੀਚਰ ਕੰਪਲੀਟਸ ਦੀ ਪ੍ਰੋਬੇਸ਼ਨ ਪੀਰੀਅਡ। ਜਿੰਨਾ ਚਿਰ ਉਹਦਾ ਪ੍ਰੋਬੇਸ਼ਨ ਪੀਰੀਅਡ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਉਸ ਟੀਚਰ ਨੂੰ ਉੱਥੇ ਹੀ ਰਹਿਣਾ ਪਊਗਾ। ਤੀਜਾ ਆ ਗਿਆ, ਡਿਸਐਡਵਾਂਟੇਜਸ ਏਰੀਆ ਇੰਕਲੂਡ ਆਲ ਦੀ ਬਾਰਡਰ ਡਿਸਟ੍ਰਿਕਟਸ ਆਫ ਸਟੇਟ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਐਂਡ ਤਰਨਤਾਰਨ ਐਂਡ ਦੀ ਐਜੂਕੇਸ਼ਨਲ ਬਲਾਕਸ ਵੇਅਰ 20% or more post of teachers remain vacant। चौथा आ गया, स्टेट गवर्नमेंट सेट नोटिफाई द लिस्ट ऑफ डिसएडवांटेजेस एरिया बाय 31 जनवरी ऑफ एवरी कैलेंडर ईयर। ਉਹ ਇਹ ਪਹਿਲੀ ਦੱਸ ਕੇ ਹਟਿਆ ਵੀ ਜਿਹੜਾ ਗਵਰਨਮੈਂਟ ਆ ਉਹ 31 ਜਨਵਰੀ ਨੂੰ ਹਰੇਕ ਸਾਲ ਐਲਾਨ ਕਰਿਆ ਕਰੂ ਵੀ ਕਿਹੜੇ ਕਿਹੜੇ ਐਜੂਕੇਸ਼ਨਲ ਬਲਾਕ ਨੇ ਡਿਸਐਡਵਾਂਟੇਜਸ ਏਰੀਆ ਦੇ ਵਿੱਚ ਆਉਂਦੇ ਨੇ। ਅੱਗੇ ਆ ਗਿਆ ਪੰਜਵਾਂ ਪੁਆਇੰਟ, ਦੀ ਟ੍ਰਾਂਸਫਰ ਆਫ ਟੀਚਰਸ ਫਰਮ ਡਿਸਐਡਵਾਂਟੇਜਸ ਏਰੀਆ ਸ਼ੈਲ ਬੀ ਮੇਡ ਐਸ ਪਰ ਦੀ ਟੀਚਰ ਟ੍ਰਾਂਸਫਰ ਪਾਲਿਸੀ ਆਫ ਦੀ ਡਿਪਾਰਟਮੈਂਟ ਆਲਰੇਡੀ। ਉਦੋਂ ਬਾਅਦ ਕਹਿਣ ਦਾ ਮਤਲਬ ਜਿਹੜੀ ਇਸ ਤੋਂ ਬਾਅਦ ਜਿਹੜਾ ਮੰਨ ਲਓ ਭਰਤੀ ਹੋ ਗਈ ਤਾਂ ਜਿਹੜੀ ਉਹਨਾਂ ਦੀ ਬਦਲੀ ਦੀ ਪ੍ਰਕਿਰਿਆ ਹੈਗੀ ਉਹ ਜਿਹੜੀ ਕਿ ਡਿਪਾਰਟਮੈਂਟ ਵੱਲੋਂ ਟੀਚਰ ਟ੍ਰਾਂਸਫਰ ਪਾਲਿਸੀ ਪਹਿਲੀ ਲਾਗੂ ਕੀਤੀ ਆ ਉਹਦੇ ਅਕੋਰਡਿੰਗ ਹੀ ਉਹਨਾਂ ਨੂੰ ਟ੍ਰਾਂਸਫਰ ਲਈ ਉਹਨਾਂ ਦੀਆਂ ਐਪਲੀਕੇਸ਼ਨ ਲਈਆਂ ਜਾਇਆ ਕਰਨੀਆਂ। ਅੱਗੇ ਲਿਖਿਆ, ਦੀ ਨਿਊ ਟੀਚਰਸ ਰਿਕਰੂਟਡ ਆਰ ਰਿਕੁਆਇਰਡ ਟੂ ਰਿਮੇਨ ਔਨ ਪ੍ਰੋਬੇਸ਼ਨ ਪੀਰੀਅਡ ਆਫ 3 years ਵਿਚ ਇਜ਼ ਐਕਸਟੈਂਡੇਬਲ ਟੂ 4 years। ਤਾਂ ਹੁਣ ਕੀ ਹੈ, ਜਿਹੜਾ ਕਿ ਜਿੰਨੇ ਵੀ ਨਵੇਂ ਟੀਚਰਸ ਨੇ ਉਹਨਾਂ ਦਾ ਜਿਹੜਾ ਪ੍ਰੋਬੇਸ਼ਨ ਪੀਰੀਅਡ ਆ 3 ਸਾਲ ਤੋਂ 3 ਸਾਲ ਦਾ ਕਰਤਾ, ਜਿਹੜਾ ਕਿ 4 ਸਾਲਾਂ ਤੱਕ ਐਕਸਟੈਂਡੇਬਲ ਆ। ਮੰਨ ਲਓ ਜੇ ਕਿਸੇ ਪ੍ਰਿੰਸੀਪਲ ਨੂੰ ਲੱਗਦਾ ਵੀ ਇਹ ਟੀਚਰ ਵਧੀਆ ਕੰਮ ਨਹੀਂ ਕਰਦਾ, ਉਹਨੂੰ ਨਹੀਂ ਪਸੰਦ ਆਉਂਦਾ ਉਹਦਾ ਕੰਮ, ਤਾਂ ਉਹਦਾ ਜਿਹੜਾ ਪ੍ਰੋਵੀਜ਼ਨ ਪੀਰੀਅਡ ਆ ਉਹ 4 ਸਾਲਾਂ ਲਈ ਵੀ ਲੰਮਾ ਲਿਜਾਇਆ ਜਾ ਸਕਦਾ। ਇਹ ਡਿਪੈਂਡ ਕਰਦਾ ਆਪਣੇ ਡੀਡੀਓ ਦੇ। ਅੱਗੇ ਇਹ ਸੀਗਾ ਆਪਣਾ ਜਿਹੜਾ ਬਿੱਲ ਸੀਗਾ ਪੰਜਾਬ ਐਜੂਕੇਸ਼ਨਲ ਬਿੱਲ। ਤਾਂ ਇਹਦੇ ਵਿੱਚ ਮੇਨ ਆਪਾਂ ਕੀ ਪੁਆਇੰਟ ਜਿਹੜਾ ਨਿਚੋੜ ਆ ਉਹ ਕੀ ਆ ਵੀ ਜਿਹੜੀ ਵੀ ਨਵੀਂ ਭਰਤੀ ਹੋਊਗੀ ਉਸ ਭਰਤੀ ਦੇ ਵਿੱਚ ਜਿਹੜੇ ਵੀ ਕੈਂਡੀਡੇਟ ਹੋਣਗੇ ਉਹਨਾਂ ਨੂੰ ਪਹਿਲਾਂ ਬਾਰਡਰ ਕੇਡਰ ਦੇ ਵਾਲੇ ਡਿਸਟ੍ਰਿਕਟਾਂ ਦੇ ਵਿੱਚ ਜਾਂ ਕਹਿ ਲਓ ਵੀ ਡਿਸਐਡਵਾਂਟੇਜਸ ਬਲਾਕ ਨੇ ਜਿਹੜੇ ਐਜੂਕੇਸ਼ਨਲ, ਉੱਥੇ ਭਰਤੀ ਕੀਤਾ ਜਾਇਆ ਕਰੂ, ਉੱਥੇ ਉਹਨਾਂ ਦੀ ਪੋਸਟਿੰਗ ਕੀਤੀ ਜਾਇਆ ਕਰੂ ਤੇ ਉਹ ਕਰਮਚਾਰੀ ਉਹਨਾਂ ਚਿਰ ਬਦਲੀ ਨਹੀਂ ਕਰਵਾ ਸਕਦੇ ਜਿੰਨਾ ਚਿਰ ਉਹਨਾਂ ਦਾ ਪ੍ਰੋਵੀਜ਼ਨ ਪੀਰੀਅਡ ਪੂਰਾ ਨਹੀਂ ਹੁੰਦਾ, ਐਕਸੈਪਟ ਫਿਜ਼ੀਕਲੀ ਹੈਂਡੀਕੈਪਡ, ਵਿਡੋਜ਼ ਤੇ ਕੋਈ ਵੀ ਕਰੋਨਿਕ ਡਿਜ਼ੀਜ਼ ਵਾਲਾ। ਉਦੋਂ ਬਾਅਦ ਅਗਲਾ ਮੇਨ ਕੀ ਆ, ਮੰਨ ਲਓ ਹੁਣ ਉਦੋਂ ਬਾਅਦ ਇੱਕ ਨਵੀਂ ਭਰਤੀ ਹੋਰ ਕਰਨੀ ਆ, ਤਾਂ ਜਿਹੜੇ ਪਹਿਲਾਂ ਭਰਤੀ ਹੋਏ ਨੇ ਟੀਚਰ ਜਿਨ੍ਹਾਂ ਨੂੰ ਡਿਸਐਡਵਾਂਟੇਜੀਅਸ ਏਰੀਆ ਦਿੱਤੇ ਹੋਏ ਨੇ ਤਾਂ ਉਹਨਾਂ ਨੂੰ ਪਹਿਲਾਂ ਟ੍ਰਾਂਸਫਰ ਕੀਤੀ ਜਾਇਆ ਕਰੂ, ਉਹਨਾਂ ਨੂੰ ਮੌਕਾ ਦਿੱਤਾ ਜਾਇਆ ਕਰੂ ਵੀ ਜੇ ਤੁਸੀਂ ਆਪਦੀ ਟ੍ਰਾਂਸਫਰ ਕਰਾਉਣੀ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ। ਤਾਂ ਫੇਰ ਹੀ ਨਵੀਂ ਭਰਤੀ ਜਿਹੜੀ ਮਤਲਬ ਟ੍ਰਾਂਸਫਰ ਤੋਂ ਬਾਅਦ ਹੀ ਨਵੀਂ ਭਰਤੀ ਨੂੰ ਨਿਯੁਕਤੀ ਪੱਤਰ ਦਿੱਤੇ ਜਾਇਆ ਕਰਨਗੇ। ਸੋ ਇਹ ਸੀ ਆਪਣੇ ਐਜੂਕੇਸ਼ਨਲ ਜਿਹੜਾ ਪੰਜਾਬ ਐਜੂਕੇਸ਼ਨਲ ਬਿੱਲ ਆ ਨਵਾਂ ਪਾਸ ਹੋਇਆ। ਸੋ ਜਿਹਨੇ ਵੀ ਇਹ ਜਿਸ ਵੀ ਕਰਮਚਾਰੀ ਨੇ ਪੜ੍ਹਨਾ ਹੋਵੇ ਤਾਂ ਉਹ ਥੱਲੇ PDF ਡਿਸਕ੍ਰਿਪਸ਼ਨ ਬਾਕਸ ਦੇ ਵਿੱਚ